ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ ਕਰਦੇ ਹਾਂ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੀਂਹ ਫੇਰ ਕਾਫੀ ਪਿਆ। ਜਦੋਂ ਤੱਕ ਅਸੀਂ ਰਾਤ ਦੇ ਵੇਲੇ ਇਹਨਾਂ ਖਬਰਾਂ ਨੂੰ ਰਿਕਾਰਡ ਕਰ ਰਹੇ ਹਾਂ, ਉਸ ਵਕਤ ਵੀ ਜਲੰਧਰ ਦੇ ਵਿੱਚ ਚੋਖਾ ਮੀਂਹ ਪੈ ਰਿਹਾ। ਪੂਰਾ ਦਿਨ ਪੰਜਾਬ ਦੇ ਵਿੱਚ ਰੁਕ ਕੇ ਕਿਣਮਿਣ ਕਈ ਥਾਵਾਂ ਦੇ ਉੱਤੇ ਹੁੰਦੀ ਰਹੀ ਹੈ। ਸੂਰਜ ਦੀ ਟਿੱਕੀ ਦੇ ਲੰਘਾ ਕੱਲ੍ਹ ਬਿਲਕੁਲ ਦਰਸ਼ਨ ਨਹੀਂ ਹੋਏ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਅੱਜ ਯਾਨੀ ਕਿ 8 ਤਰੀਕ ਨੂੰ ਵੀ ਹੋ ਸਕਦਾ ਪੰਜਾਬ ਦੇ ਵਿੱਚ ਕਈ ਹਿੱਸਿਆਂ 'ਚ ਮੀਂਹ ਪਵੇ। ਯਾਨੀ ਕਿ ਪਿਛਲੇ 3-4 ਦਿਨਾਂ ਤੋਂ ਪੰਜਾਬ ਦੇ ਵਿੱਚ ਬੱਦਲਵਾਈ, ਪੰਜਾਬ ਦੇ ਵਿੱਚ ਧੁੱਪ ਬਿਲਕੁਲ ਨਹੀਂ, ਰੁਕ ਕੇ ਮੀਂਹ ਪੈ ਰਿਹਾ, ਹਵਾ ਚੱਲ ਰਹੀ ਹੈ ਤੇ ਮੌਸਮ ਇੱਕਦਮ ਠੰਡ ਵਾਲਾ ਹੋਰ ਬਣ ਗਿਆ। ਸੋ ਪੰਜਾਬ ਦੇ ਵਿੱਚ ਆਪਾਂ ਜਾਣਦੇ ਵੀ ਸੜਕਾਂ ਦੀ ਹਾਲਤ ਕਿਹੋ ਜਿਹੀ ਹੈ, ਗਲੀਆਂ ਦੀ ਹਾਲਤ ਕਿਹੋ ਜਿਹੀ ਹੈ। ਕੋਈ ਗਲੀ ਤੇ ਕੋਈ ਸੜਕ ਪੰਜਾਬ ਦੀ ਇਹੋ ਜਿਹੀ ਨਹੀਂ ਜਿੱਥੇ ਪਾਣੀ ਨਹੀਂ ਖੜਾ। ਕਈ ਥਾਵਾਂ ਦੇ ਵਿੱਚ ਤਾਂ ਗੋਡੇ ਪਾਣੀ ਖੜਾ, ਜਿੱਥੇ ਹਾਦਸੇ ਵੀ ਹੋ ਰਹੇ ਆ। ਸੋ ਰਫ਼ਤਾਰ ਇੱਕਦਮ ਜ਼ਿੰਦਗੀ ਦੀ ਹੋਰ ਢਿੱਲੀ ਹੋ ਗਈ ਹੈ, ਹੌਲੀ ਹੋ ਗਈ ਹੈ, ਕਿਉਂਕਿ ਜਦੋਂ ਮੀਂਹ ਪੈ ਰਿਹਾ ਹੋਵੇ, ਸੜਕਾਂ ਗਿੱਲੀਆਂ ਹੋਣ, ਤਿਲਕਣਬਾਜ਼ੀ ਥਾਂ ਤੇ ਹੋਵੇ, ਫਿਰ ਗੱਡੀ ਹੌਲੀ ਹੀ ਚਲਾਉਣੀ ਚਾਹੀਦੀ ਹੈ ਤੇ ਕਾਫੀ ਜਨਜੀਵਨ ਪ੍ਰਭਾਵਿਤ ਵੀ ਇਸ ਮੀਂਹ ਦੇ ਕਰਕੇ ਹੁਣ ਹੋ ਗਿਆ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਪੰਜਾਬ ਆਉਣ ਦੇ ਨਾਲ ਜੁੜੀ ਹੋਈ। ਉਹਨਾਂ ਦੇ ਆਉਣ ਤੋਂ ਬਾਅਦ ਛਿੜੀ ਹੋਈ ਰਾਜਨੀਤੀ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਕੇਂਦਰ ਦੀ ਟੀਮ ਕਿਵੇਂ ਆਈ ਆ, ਹੁਸੈਨੀਵਾਲਾ ਪਹੁੰਚੀ ਆ, ਉਸ ਪੁਲ ਦੇ ਉੱਤੇ ਪਹੁੰਚੀ ਆ ਜਿੱਥੇ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਿਆ ਸੀ 20 ਮਿੰਟ ਦੇ ਲਈ। ਇਸ ਮੁਤਲਕ ਬਹੁਤ ਸਾਰੀਆਂ ਜਾਣਕਾਰੀਆਂ, ਪਰ ਇੱਕ ਹੋਰ ਜਾਣਕਾਰੀ ਜਿਹੜੀ ਬਣਦੀ ਹੈ, ਜਿਹੜੀ ਕਿ ਮੈਨੂੰ ਜ਼ਾਤੀ ਤੌਰ ਦੇ ਉੱਤੇ ਬੜੀ ਮੰਦੜੀ ਲੱਗੀ ਆ, ਸ਼ਾਇਦ ਤੁਹਾਨੂੰ ਵੀ ਉਹ ਲੱਗੇ। ਅਸੀਂ ਕਿਸੇ ਦੇ ਨਾਲ ਸਹਿਮਤ ਹੋਈਏ ਜਾਂ ਅਸਹਿਮਤ ਹੋਈਏ, ਕਿਸੇ ਦੇ ਬਾਬਤ ਅਪਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦੇ ਤੇ ਨਾ ਹੀ ਕਰਨੀ ਚਾਹੀਦੀ ਹੈ। ਤੁਸੀਂ ਹੋ ਸਕਦਾ ਜਾਂ ਕੋਈ ਵੀ ਹੋ ਸਕਦਾ ਕਿਸੇ ਮੰਤਰੀ ਨੂੰ, ਕਿਸੇ ਨੇਤਾ ਨੂੰ ਬਹੁਤ ਨਾਪਸੰਦ ਕਰਦਾ ਹੋਵੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਜੋ ਮੂੰਹ ਦੇ ਵਿੱਚ ਆਇਆ ਗਾਲਾਂ ਕੱਢ ਦਿਓ, ਮੰਦੜੇ ਸ਼ਬਦਾਂ ਦੀ ਵਰਤੋਂ ਕਰੋ। ਇੱਦਾਂ ਬਿਲਕੁਲ ਨਹੀਂ ਚਾਹੀਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਕਰਨ ਵਾਲੇ ਲੋਕ ਵੀ ਹੈਗੇ, ਨਾ ਪਸੰਦ ਕਰਨ ਵਾਲੇ ਵੀ ਹੈਗੇ ਆ, ਪਰ ਜਿਹੜੇ ਨਹੀਂ ਪਸੰਦ ਕਰਦੇ, ਜਿਹੜੇ ਕਿ ਉਹਨਾਂ ਦੀਆਂ ਨੀਤੀਆਂ ਦੇ ਨਾਲ ਬਿਲਕੁਲ ਸਹਿਮਤ ਨਹੀਂ, ਉਹਨਾਂ ਨੂੰ ਵੀ ਚਾਹੀਦਾ ਕਿ ਉਹ ਮਰਿਆਦਾ ਦਾ ਪਾਲਣ ਜ਼ਰੂਰ ਕਰਨ। ਭਾਵੇਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੋ, ਅਪਸ਼ਬਦ ਦੀ ਵਰਤੋਂ ਉੱਥੇ ਵੀ ਨਹੀਂ ਹੋਣੀ ਚਾਹੀਦੀ। ਚਰਨਜੀਤ ਸਿੰਘ ਚੰਨੀ ਦੀ ਗੱਲ ਕਰੋ, ਅਪਸ਼ਬਦ ਉੱਥੇ ਵੀ ਨਾ ਵਰਤੇ ਜਾਣ। ਪ੍ਰਧਾਨ ਮੰਤਰੀ ਦੀ ਗੱਲ ਕਰੋ, ਅਪਸ਼ਬਦ ਉੱਥੇ ਵੀ ਨਹੀਂ ਹੋਣੇ ਚਾਹੀਦੇ। ਭਗਵੰਤ ਮਾਨ ਹੋਵੇ, ਕੇਜਰੀਵਾਲ ਹੋਵੇ, ਕੋਈ ਹੋਰ ਨੇਤਾ ਹੋਵੇ ਛੋਟਾ ਵੱਡਾ, ਅਪਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤਰਕ ਨਾਲ ਗੱਲ ਕਰਨੀ ਚਾਹੀਦੀ ਹੈ, ਸੰਜੀਦਗੀ ਨਾਲ ਗੱਲ ਕਰਨੀ ਚਾਹੀਦੀ ਤੇ ਮਰਿਆਦਾ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਨੀ ਚਾਹੀਦੀ ਹੈ। ਕੁਝ ਕੁ ਲੋਕਾਂ ਨੂੰ ਆਉਂਦਾ ਹੀ ਸਿਰਫ ਗਾਲ ਦੁੱਪੜ ਹੈ, ਇਸ ਗੱਲ ਦਾ ਦੁੱਖ ਹੈ। ਉਹਨਾਂ ਦੇ ਪਤਾ ਨਹੀਂ ਪੱਲੇ ਕੁਝ ਹੋਰ ਨਹੀਂ, ਸ਼ਬਦਾਵਲੀ ਥੋੜ੍ਹੀ ਉਹਨਾਂ ਦੇ ਕੋਲੇ, ਜਾਂ ਉਹਨਾਂ ਨੂੰ ਪਤਾ ਨਹੀਂ ਕਿ ਸ਼ਬਦ ਸਾਡੇ ਲਈ ਕੀ ਅਹਿਮੀਅਤ ਰੱਖਦਾ ਹੈ, ਸ਼ਬਦ ਸਾਡੇ ਲਈ ਗੁਰੂ ਆ। ਉਹ ਸਮਝਦੇ ਨਹੀਂ, ਮੇਰਾ ਖਿਆਲ ਉਹਨਾਂ ਨੂੰ ਆਪਣਾ ਵਿਰੋਧ ਪ੍ਰਗਟਾਉਣ ਦਾ ਤਰੀਕਾ ਵੀ ਨਹੀਂ ਆਉਂਦਾ। ਧੰਨਵਾਦ ਖੇਤਰ ਦੀ ਗੱਲ ਹੈ। ਇੱਥੇ ਬੀਜੇਪੀ ਦੇ ਸਮਰਥਕਾਂ ਦੇ ਵੱਲੋਂ, ਕੁਝ ਕੁ ਨੇਤਾਵਾਂ ਦੇ ਵੱਲੋਂ ਮਿਲ ਕੇ ਮਹਾਤਮਾ ਗਾਂਧੀ ਦੇ ਆਦਮਕਦ ਬੁੱਤ ਦੇ ਥੱਲੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ, ਕਿਉਂਕਿ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਖਤਰਾ ਪੈਦਾ ਹੋਇਆ, ਜਿਵੇਂ ਕਿ ਦੋਸ਼ ਲੱਗ ਰਹੇ ਆ। ਉਹ ਪ੍ਰਦਰਸ਼ਨ ਕਰ ਰਹੇ ਸੀ ਤੇ ਉਸ ਥਾਂ ਤੋਂ ਇੱਕ ਨੌਜਵਾਨ ਲੰਘ ਰਿਹਾ, ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਥੋਂ ਦੇ ਸੂਬਾ ਪ੍ਰਧਾਨ ਦੇ ਮੁਤਲਕ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ, ਗਾਲ ਦੁੱਪੜ ਦੀ ਵਰਤੋਂ ਕੀਤੀ। ਮਾੜੀ ਗੱਲ ਆ, ਉਸ ਮੁੰਡੇ ਨੂੰ ਇਹ ਕੁਝ ਨਹੀਂ ਸੀ ਕਹਿਣਾ ਚਾਹੀਦਾ, ਪਰ ਜਿਸ ਤਰੀਕੇ ਦੇ ਨਾਲ ਉਹਨੂੰ ਕੁੱਟਿਆ ਗਿਆ, ਇਹ ਉਸ ਤੋਂ ਵੀ ਮਾੜੀ ਗੱਲ ਆ, ਇਹ ਉਸ ਤੋਂ ਵੀ ਘਟੀਆ ਗੱਲ ਹੈਗੀ ਆ, ਕਿਉਂਕਿ ਇੰਨਾ ਕੁ ਕੁੱਟਿਆ ਗਿਆ ਉੱਥੇ ਬੀਜੇਪੀ ਦੇ ਸਮਰਥਕਾਂ ਦੇ ਵੱਲੋਂ। ਉਸ ਨੌਜਵਾਨ ਨੂੰ ਕੁੱਟ ਕੇ ਉਹਨੂੰ ਮਰੂੰਡਾ ਬਣਾ ਦਿੱਤਾ ਗਿਆ, ਥੁੱਕ ਕੇ ਉਹਨੂੰ ਚਟਾਇਆ ਗਿਆ, ਆਪਦਾ ਥੁੱਕ ਚਟਾਇਆ ਗਿਆ ਉਹਦੇ ਕੋਲੋਂ, ਤੇ ਬਾਅਦ ਦੇ ਵਿੱਚ ਉਹਨੂੰ ਓਨੀ ਦੇਰ ਤੱਕ ਕੁੱਟਿਆ ਗਿਆ ਜਿੰਨੀ ਦੇਰ ਤੱਕ ਉਹਨੇ ਜੈ ਸ਼੍ਰੀ ਰਾਮ ਦਾ ਨਾਅਰਾ ਨਹੀਂ ਲਾਇਆ, ਜਿੰਨੀ ਦੇਰ ਤੱਕ ਉਹਦੇ ਮੂੰਹ ਦੇ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਦਾਬਾਦ ਨਹੀਂ ਨਿਕਲਿਆ। ਸੋ ਇਸ ਤਰੀਕੇ ਨਾਲ ਬੰਦੇ ਨੂੰ ਕੁੱਟਣਾ, ਪਸ਼ੂਆਂ ਤੋਂ ਵੀ ਭੈੜਾ ਕੁੱਟਣਾ, ਇਹ ਵੀ ਬਹੁਤ ਜ਼ਾਲਮਾਨਾ ਹਰਕਤ ਆ, ਇਹ ਵੀ ਬਹੁਤ ਮੂਰਖਤਾਈ ਆ, ਇਹ ਵੀ ਭਾਰਤ ਦੇ ਵਿੱਚ ਗੱਲ ਸਹਿਣਯੋਗ ਨਹੀਂ। ਹੁਣ ਇਸ ਮਾਮਲੇ ਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਨੋਟਿਸ ਲਿਆ ਗਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਲੋਕਾਂ ਨੇ ਇਹ ਕਰਤੂਤ ਕੀਤੀ ਹੈ, ਉਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ। ਮੈਂ ਫਿਰ ਇਹ ਗੱਲ ਕਹਿਣਾ ਕਿ ਕੋਈ ਵੀ ਨੇਤਾ ਹੋਵੇ ਜਿਹਨੂੰ ਆਪਾਂ ਪਸੰਦ ਨਹੀਂ ਕਰਦੇ, ਭਾਵੇਂ ਉਹਦੇ ਬਾਬਤ ਅਪਸ਼ਬਦਾਂ ਦੀ ਵਰਤੋਂ ਨਾ ਕਰੋ, ਪਰ ਜੇਕਰ ਤੁਹਾਨੂੰ ਕਿਸੇ ਦੇ ਸ਼ਬਦ ਚੁਭੇ ਆ ਤਾਂ ਇਹਦਾ ਮਤਲਬ ਇਹ ਵੀ ਨਹੀਂ ਵੀ ਕੁੱਟ ਕੇ ਉਹਦਾ ਮਰੂੰਡਾ ਬਣਾ ਦਿਓ। ਇਹ ਵੀ ਬਹੁਤ ਮਾੜੀ ਗੱਲ ਆ, ਇਹ ਜ਼ਾਲਮਾਨਾ ਗੱਲ ਆ। ਇਹਦੇ ਨਾਲੋਂ ਵੱਡੀ ਮੂਰਖਤਾ ਵਾਲੀ ਅਣਮਨੁੱਖੀ ਗੱਲ ਕੋਈ ਹੋਰ ਹੋ ਨਹੀਂ ਸਕਦੀ। ਜਿਹੜੀ ਪਹਿਲੀ ਖਬਰ ਅਸੀਂ ਸਾਂਝੀ ਕਰ ਰਹੇ ਸੀਗੇ, ਉਹਦੇ ਵਿੱਚ ਇੱਕ ਤਾਂ ਜਾਣਕਾਰੀ ਇਹ ਆਈ ਆ ਵੀ ਕੇਂਦਰ ਦੀ ਟੀਮ ਪੰਜਾਬ ਦੇ ਵਿੱਚ ਪਹੁੰਚੀ ਆ। ਇੱਧਰੋਂ ਪੰਜਾਬ ਦੀ ਚੰਨੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਕੋਈ ਸਾਜ਼ਿਸ਼ ਦੇ ਤਹਿਤ ਨਹੀਂ ਕੁਝ ਕੀਤਾ, ਇਹ ਸਾਰਾ ਕੁਝ ਪ੍ਰਦਰਸ਼ਨਕਾਰੀ ਅਚਾਨਕ ਸੜਕ ਦੇ ਉੱਤੇ ਆ ਗਏ ਤੇ ਇਹ ਅਚਾਨਕ ਸਾਰਾ ਕੁਝ ਵਾਪਰਿਆ। ਉੱਧਰੋਂ ਪਤਾ ਲੱਗਾ ਜੀ ਕਿ ਇਸ ਵਕਤ ਮਨੋਹਰ ਲਾਲ ਖੱਟੜ ਹੋਰਾਂ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਦੇ ਵਾਸਤੇ ਮਨਸਾ ਦੇਵੀ ਮੰਦਿਰ ਦੇ ਵਿੱਚ ਪੂਜਾ ਕੀਤੀ ਗਈ ਹੈ, ਹਵਨ ਕਰਵਾਇਆ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਉਮਰ ਲੰਮੀ ਹੋਵੇ
ਤੇ ਵੱਖ-ਵੱਖ ਥਾਵਾਂ ਦੇ ਉੱਤੇ ਯੱਗ ਵੀ ਕਰਨ ਦੀ ਗੱਲ ਕੀਤੀ ਜਾ ਰਹੀ ਆ, ਹਵਨ ਕੀਤੇ ਜਾ ਰਹੇ ਆ, ਹੋਰ ਵੱਖ-ਵੱਖ ਜਿਹੜੀਆਂ ਧਾਰਮਿਕ ਰਸਮਾਂ ਉਹ ਵੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਸਭ ਦੀ ਆਪੋ ਆਪਣੀ ਆਸਥਾ। ਅਸੀਂ ਚਾਹੁੰਦੇ ਹਾਂ ਜੀ ਕਿ ਸਾਰਿਆਂ ਦੀ ਉਮਰ ਲੰਮੀ ਹੋਵੇ, ਪ੍ਰਧਾਨ ਮੰਤਰੀ ਸਾਹਿਬ ਦੀ ਵੀ ਹੋਵੇ। ਹਾਂ, ਉਹਨਾਂ ਦੇ ਬਹੁਤ ਸਾਰੇ ਮੁੱਦਿਆਂ ਦੇ ਨਾਲ ਸਾਡੀ ਅਸਹਿਮਤੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਬਾਬਤ ਅਪਸ਼ਬਦਾਂ ਦੀ ਵਰਤੋਂ ਕਰੀਏ। ਉਸ ਤੋਂ ਅਗਲੀ ਗੱਲ ਇਹ ਹੈ ਵੀ ਹੁਣ ਤੱਕ ਇਹ ਨੁਕਤਾ ਚੁੱਕਿਆ ਜਾ ਰਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਗਿਆ ਸੀ। ਕੱਲ੍ਹ ਵੀ ਗੱਲ ਹੋਈ ਸੀ, ਅੱਜ ਵੀ ਉਹ ਗੱਲ ਕਰਨੀ ਬਣਦੀ ਹੈ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਕੋਲੇ ਕੀ ਕੋਈ ਕਿਸਾਨ ਗਿਆ ਸੀ, ਜਾਂ ਕੋਈ ਵੀ ਵਿਅਕਤੀ ਕੋਈ ਉੱਥੇ ਝੰਡੀ ਲੈ ਕੇ ਗਿਆ ਹੋਵੇ ਕਾਲੀ, ਕਿਸੇ ਨੇ ਕੋਈ ਨਾਅਰਾ ਲਾਇਆ ਹੋਵੇ ਉਹਨਾਂ ਦੇ ਖਿਲਾਫ, ਜਾਂ ਕਿਸੇ ਨੇ ਕੋਈ ਅਪਸ਼ਬਦ ਉੱਥੇ ਵਰਤਿਆ ਹੋਵੇ, ਜਾਂ ਕਿਸੇ ਦੇ ਕੋਈ ਹੱਥ ਦੇ ਵਿੱਚ ਕੋਈ ਹਥਿਆਰ ਹੋਵੇ। ਕੁਝ ਵੀ ਇਹੋ ਜਿਹਾ ਨਜ਼ਰ ਨਹੀਂ ਆਇਆ, ਜਿਹੜੀਆਂ ਕਿ ਹੁਣ ਤੱਕ ਅਸੀਂ ਵੀਡੀਓ ਦੇਖੀਆਂ। ਪਰ ਫਿਰ ਵੀ ਕਈ ਮੀਡੀਆ ਦੇ ਅੰਗਾਂ ਦੇ ਵੱਲੋਂ ਪ੍ਰਚਾਰਿਆ ਜਾ ਰਿਹਾ, कई बीजेपी के आगू ये गल कहने कि प्रधानमंत्री की ज़िंदगी को खतरा पैदा हो गया था, प्रधानमंत्री अपनी जान बचाकर बड़ी मुश्किल से वापस आए हैं, ये पंजाब में क्या अनारकी हो रही है, पंजाब में तो आतंकवाद दोबारा फिर सिर उठा रहा है। कई लोग इहो जे शब्दां दी वरतों भी कर रहे हैं। पर जिहड़ी हुण एक वीडियो सामने आई आ उहने हैरानी करके रख दिता। किसान 1 किलोमीटर दूर बैठे आ, उन्हां दे बाबत ये खबरां आ रहीआं कि इन्हां ने काफला रोक लिया, इन्हां ने सिक्योरिटी दे विच संन लाती। पर जिहड़ी नवीं वीडियो आई आ उहदे विच इह वी तां देखण नूं मिल रिहा कि प्रधान मंत्री दे काफले दे बिल्कुल नेड़े, जिੱਥੋਂ कि प्रधान मंत्री दा चेहरा भी दिसदा ਤੇ ਜਿਹੜੇ ਇਹ ਕਾਫਲੇ ਦੇ ਨੇੜੇ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਦਾਬਾਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਦਾਬਾਦ ਇਹਦੇ ਨਾਅਰੇ ਲੱਗ ਰਹੇ ਆ, ਤੇ ਕਮਲ ਦਾ ਫੁੱਲ ਜਿੱਤ ਕੇ ਰਹੇਗਾ ਇਹ ਨਾਅਰੇ ਲੱਗ ਰਹੇ ਆ। ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਜ਼ਿੰਦਾਬਾਦ ਸਨ ਹਨ ਤੇ ਰਹਿਣਗੇ, ਉਹਨਾਂ ਦੇ ਨਾਅਰਿਆਂ ਦੇ ਉੱਤੇ ਸਾਨੂੰ ਇਤਰਾਜ਼ ਨਹੀਂ ਕੋਈ। ਪਰ ਗੱਲ ਇਹ ਆ ਵੀ ਜੇਕਰ ਉਹ ਨੇੜੇ ਆ ਸਕਦੇ ਆ ਤੇ ਫਿਰ ਉਹ ਸਹੀ ਆ, ਤੇ ਜੇਕਰ ਕਿਸਾਨ ਕਿਲੋਮੀਟਰ ਦੂਰ ਬੈਠੇ ਆ ਤਾਂ ਉਹ ਗਲਤ ਆ। ਸੋ ਇਹ ਗੱਲ ਕਿਹੜੇ ਪਾਸਿਓਂ ਤਰਕਯੋਗ ਹੋਈ? ਇਹਨਾਂ ਲੋਕਾਂ ਨੂੰ ਕਿਵੇਂ ਪਤਾ ਲੱਗਾ ਕਿ ਇੱਥੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ? ਇਹਨਾਂ ਲੋਕਾਂ ਨੇ ਕੀ ਕਾਫਲੇ ਦੇ ਵਿੱਚ ਕੋਈ ਸੰਨ ਨਹੀਂ ਲਾਈ? ਕੀ ਇਹ ਲੋਕ ਸੁਰੱਖਿਆ ਦੇ ਲਈ ਖਤਰਾ ਨਹੀਂ ਪੈਦਾ ਕਰ ਸਕਦੇ ਸੀ? ਇਹਨਾਂ ਦੇ ਹੱਥਾਂ ਦੇ ਵਿੱਚ ਬੀਜੇਪੀ ਦੇ ਝੰਡੇ ਵੀ ਸੀ, ਕਈਆਂ ਦੇ ਹੱਥਾਂ 'ਚ ਬੈਨਰ ਵੀ ਸੀ। ਕੀ ਇਹ ਸਾਰੇ ਬੀਜੇਪੀ ਦੇ ਪੱਕੇ ਕੱਟੜ ਸਮਰਥਕ ਹੀ ਹੋਣਗੇ? ਕੀ ਇਹਨਾਂ ਦੇ ਵਿੱਚੋਂ ਕੋਈ ਗਲਤ ਅਨਸਰ ਨਹੀਂ ਹੋ ਸਕਦਾ? ਸੋ ਬਹੁਤ ਸਾਰੇ ਇਹੋ ਜਿਹੇ ਨਵੇਂ ਸਵਾਲ ਇਹ ਨਵੀਂ ਵੀਡੀਓ ਨੇ ਪੈਦਾ ਕੀਤੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਫਿਰੋਜ਼ਪੁਰ ਦੇ ਦੌਰੇ ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਵਿੱਚ ਅਣਗਹਿਲੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹਦੇ ਵਿੱਚ ਉਹਨਾਂ ਦੀ ਕਾਰ ਦੇ ਨੇੜੇ ਕੁਝ ਲੋਕ ਆ ਗਏ ਸਨ ਜਿਨ੍ਹਾਂ ਦੇ ਕੋਲੇ ਭਾਰਤੀ ਜਨਤਾ ਪਾਰਟੀ ਦੇ ਝੰਡੇ ਹਨ। ਉਹ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਦਿਸ ਰਹੇ ਨੇ। ਹਾਲਾਂਕਿ ਸਵਾਲ ਇਹ ਉੱਠ ਰਿਹਾ ਕਿ ਭਾਜਪਾ ਦੇ ਵਰਕਰ ਹੀ ਸਹੀ, ਪਰ ਕੀ ਇਹ PM ਦੀ ਕਾਰ ਦੇ ਇੰਨੇ ਨੇੜੇ ਪਹੁੰਚ ਸਕਦੇ ਸਨ? ਉਸ ਵਕਤ ਆਲੇ ਦੁਆਲੇ ਪੰਜਾਬ ਪੁਲਿਸ ਦੀ ਸੁਰੱਖਿਆ ਕਿਉਂ ਨਹੀਂ ਸੀ? ਵੀਡੀਓ ਦੇ ਵਿੱਚ ਇਹ ਗੱਲ ਸਾਫ਼ ਦੇਖੀ ਜਾ ਸਕਦੀ ਹੈ ਕਿ ਪ੍ਰਧਾਨ ਮੰਤਰੀ ਦੀ ਕਾਰ ਦੇ ਚਾਰੇ ਪਾਸੇ ਸਿਰਫ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ, ਜਿਹਨੂੰ ਅਸੀਂ SPG ਕਹਿੰਦੇ ਆ, ਉਹਨਾਂ ਦੇ ਜਵਾਨ ਹੀ ਨਜ਼ਰ ਆ ਰਹੇ ਨੇ, ਜੋ ਉਹਨਾਂ ਲੋਕਾਂ ਨੂੰ ਵੀ PM ਦੀ ਕਾਰ ਦੇ ਨੇੜੇ ਆਉਣ ਤੋਂ ਰੋਕ ਰਹੇ ਨੇ, ਜਿਹੜੇ ਕਿ ਉੱਥੇ ਪ੍ਰਧਾਨ ਮੰਤਰੀ ਦੇ ਹੱਕ ਦੇ ਵਿੱਚ ਨਾਅਰੇ ਲਾ ਰਹੇ ਨੇ। ਇਸ ਵੀਡੀਓ ਦੇ ਵਿੱਚ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਦੇ ਵਿੱਚ ਅਣਗਹਿਲੀ ਦੇ ਮਾਮਲੇ ਦੇ ਵਿੱਚ ਹਾਲੇ ਤੱਕ ਪ੍ਰਧਾਨ ਮੰਤਰੀ ਮੋਦੀ ਦੀ ਫਲਾਈਓਵਰ ਦੇ ਉੱਤੇ ਰੁਕੇ ਕਾਫਲੇ ਦੀਆਂ ਤਸਵੀਰਾਂ ਹੀ ਸਾਹਮਣੇ ਆਈਆਂ ਸਨ। ਹਾਲਾਂਕਿ ਹੁਣ ਇਸ ਦਾ ਵੀਡੀਓ ਵੀ ਸਾਹਮਣੇ ਆ ਗਿਆ, ਜਿਹਦੇ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਲੱਗੇ SPG ਦੇ ਅਫਸਰ ਕਾਫੀ ਚਿੰਤਤ ਨਜ਼ਰ ਆ ਰਹੇ ਨੇ। ਮੋਦੀ ਦੇ ਰੁਕੇ ਕਾਫਲੇ ਦੇ ਵੀਡੀਓ ਦੇ ਵਿੱਚ ਪੰਜਾਬ ਪੁਲਿਸ ਦੀ ਕਹਿੰਦੇ ਨੇ ਕਿ ਲਾਪਰਵਾਹੀ ਹੈ। ਪੰਜਾਬ ਪੁਲਿਸ ਦੇ ਕਰਮਚਾਰੀ ਨਾ ਤਾਂ ਟ੍ਰੈਫਿਕ ਜਾਮ ਹਟਾ ਰਹੇ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਚਿੰਤਾ ਦਿਸ ਰਹੀ ਹੈ। ਕੁਝ ਪੁਲਿਸ ਵਾਲਿਆਂ ਦੇ ਉੱਤੇ ਕਈ ਤਰ੍ਹਾਂ ਦੇ ਹੋਰ ਵੀ ਦੋਸ਼ ਲਗਾਏ ਜਾ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਪੂਰੇ ਦੇਸ਼ ਦੇ ਵਿੱਚ ਗੂੰਜ ਰਿਹਾ ਤੇ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ, ਆਉਂਦੇ ਸਮੇਂ ਦੇ ਵਿੱਚ ਕਿਹੜਾ ਨਵਾਂ ਮੋੜ ਆਊਗਾ ਇਹ ਵਕਤ ਬਿਆਨ ਕਰੂਗਾ। ਪਰ ਇੱਕ ਗੱਲ ਦੱਸਣੀ ਬਣਦੀ ਹੈ ਕਿ ਕੱਲ੍ਹ ਪਿਆਰੇਆਣਾ ਪਿੰਡ ਦੇ ਕੋਲੇ ਜਿਹੜੀ ਪੁਲਿਸ ਚੌਂਕੀ ਆ, ਉਸ ਪੁਲਿਸ ਚੌਂਕੀ ਦੇ ਵਿੱਚ 150 ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ, ਅਣਪਛਾਤੇ ਲੋਕਾਂ ਦੇ ਉੱਤੇ। ਹੁਣ ਇਹਨਾਂ ਦੀ ਕਿਦੋਂ ਪਛਾਣ ਹੁੰਦੀ ਆ, ਕਿਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ, ਕੁਝ ਕਹਿ ਨਹੀਂ ਸਕਦੇ, ਪਰ 150 ਲੋਕਾਂ ਦੇ ਉੱਤੇ ਪਰਚਾ ਜ਼ਰੂਰ ਦਰਜ ਕੀਤਾ ਗਿਆ। ਅਗਲੀ ਗੱਲ ਇਹ ਆ ਕਿ ਸੁਰੱਖਿਆ ਤਾਂ ਸੁਰੱਖਿਆ ਹੀ ਆ, ਭਾਵੇਂ ਕੋਈ ਪੱਖ ਦੇ ਵਿੱਚ ਨਾਅਰਾ ਲਾਉਣ ਦੇ ਲਈ ਗਿਆ ਤੇ ਭਾਵੇਂ ਕੋਈ ਖਿਲਾਫ ਨਾਅਰਾ ਲਾ ਰਿਹਾ, ਭਾਵੇਂ ਕੋਈ ਸਮਰਥਕ ਆ ਤੇ ਭਾਵੇਂ ਕੋਈ ਕੱਟੜ ਵਿਰੋਧੀ ਆ। ਇੱਥੇ ਸੁਰੱਖਿਆ ਦੇ ਮਾਮਲੇ ਦੇ ਉੱਤੇ ਵੀ ਦੋਹਰਾ ਮਾਪਦੰਡ ਅਪਣਾਇਆ ਗਿਆ। ਜੇ ਤਾਂ ਇਸ ਵਕਤ ਸਮਰਥਕ ਆ ਜਿਹੜੇ ਕਿ ਕਹਿ ਰਹੇ ਆ ਪ੍ਰਧਾਨ ਮੰਤਰੀ ਮੋਦੀ ਜ਼ਿੰਦਾਬਾਦ ਤੇ BJP ਜ਼ਿੰਦਾਬਾਦ, ਉਹਨਾਂ ਦੇ ਉੱਤੇ ਤਾਂ ਇਤਰਾਜ਼ ਕੋਈ ਨਹੀਂ ਉੱਠ ਰਿਹਾ ਤੇ ਨਾ ਹੀ ਗੋਦੀ ਮੀਡੀਆ ਦਿਖਾ ਰਿਹਾ। ਤੇ ਇੱਥੇ ਕੋਈ ਕਿਸਾਨ ਨਜ਼ਰ ਨਹੀਂ ਆ ਰਿਹਾ। ਇੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਕਾਫਲੇ ਦੇ ਆਲੇ ਦੁਆਲੇ ਕੋਈ ਕਿਸਾਨ ਨਹੀਂ ਨਜ਼ਰ ਆ ਰਿਹਾ, ਕਿਸੇ ਦੇ ਹੱਥ ਦੇ ਵਿੱਚ ਕਾਲੀ ਝੰਡੀ ਨਹੀਂ, ਕੋਈ ਇੱਥੇ ਖਿਲਾਫ ਨਾਅਰੇ ਨਹੀਂ ਲਾ ਰਿਹਾ, ਕੋਈ ਇੱਥੇ ਕੁਝ ਨਹੀਂ ਕਰ ਰਿਹਾ। ਤੇ ਕਿਉਂਕਿ 1-1.25 ਕਿਲੋਮੀਟਰ ਦੂਰ ਬੈਠੇ ਆ ਉਹ ਕਿਸਾਨ ਜਿਨ੍ਹਾਂ ਨੇ ਕਿ ਸੜਕ ਨੂੰ ਜਾਮ ਕੀਤਾ ਹੋਇਆ, ਉਹਨਾਂ ਦੀ ਬਦਨਾਮੀ ਦੀ ਗੱਲ ਗੋਦੀ ਮੀਡੀਆ ਵਾਰ-ਵਾਰ ਕਰਦਾ
ਤੇ ਜਿਹੜੇ ਬਿਲਕੁਲ ਕਾਰ ਦੇ ਨੇੜੇ ਤੇੜੇ ਫਿਰਦੇ ਆ, ਕਾਫਲੇ ਦੇ ਨੇੜੇ ਤੇੜੇ ਆ ਚੁੱਕੇ ਆ ਤੇ ਉਹਨਾਂ ਦੀ ਗੱਲ ਬਿਲਕੁਲ ਨਹੀਂ ਕੀਤੀ ਜਾਂਦੀ। ਇਹ ਕਿਹੜੀ ਨਿਰਪੱਖਤਾ ਦੀ ਗੱਲ ਹੈ ਕਿ ਇਹਦੇ ਵਿੱਚ ਪੱਖਪਾਤ ਨਜ਼ਰ ਨਹੀਂ ਆਉਂਦਾ। ਸੋ ਇਸ ਵੀਡੀਓ ਨੇ ਸਾਰੀ ਕਹਾਣੀ ਸਭ ਦੇ ਸਾਹਮਣੇ ਲੈ ਆਂਦੀ ਹੈ ਕਿ ਬਹੁਤ ਸਾਰੀਆਂ ਊਣਤਾਈਆਂ ਸੀ। ਜੇਕਰ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਰੂਟ ਕਿਵੇਂ ਲੀਕ ਹੋ ਗਿਆ ਵੀ ਭਾਈ ਉਹਨਾਂ ਨੇ ਇੱਧਰ ਨਹੀਂ ਜਾਣਾ ਤੇ ਇਹਨਾਂ ਕਿਸਾਨਾਂ ਦੇ ਵੱਲੋਂ, ਪ੍ਰਦਰਸ਼ਨਕਾਰੀਆਂ ਦੇ ਵੱਲੋਂ ਗਲਤ ਕੀਤਾ ਗਿਆ, ਪਰ ਫਿਰ ਇਹ ਕਿਵੇਂ ਪਤਾ ਲੱਗ ਗਿਆ ਇਹ ਜਿਹੜੇ ਕਿ ਪੱਖ ਦੇ ਵਿੱਚ ਅਸੀਂ ਸਮਰਥਕ ਸੀਗੇ ਕਿ ਪ੍ਰਧਾਨ ਮੰਤਰੀ ਦਾ ਰੂਟ ਇਹ ਹੈਗਾ। ਸੋ ਜੇਕਰ ਉਧਰ ਉਹ ਗੱਲ ਲਾਗੂ ਹੁੰਦੀ ਹੈ ਤਾਂ ਜਨਾਬ ਇੱਧਰ ਵੀ ਇਹ ਗੱਲ ਲਾਗੂ ਹੁੰਦੀ ਹੈ। ਸੋ ਇਸ ਮਾਮਲੇ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕੀ ਐਕਸ਼ਨ ਲਿਆ ਜਾਊਗਾ ਕੁਝ ਕਹਿ ਨਹੀਂ ਸਕਦੇ, ਪਰ ਚੰਨੀ ਸਰਕਾਰ ਦੇ ਵੱਲੋਂ ਜਿਹੜੀ ਪਹਿਲੀ ਰਿਪੋਰਟ ਤਿਆਰ ਕਰਕੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਹੈ ਉਹਦੇ ਵਿੱਚ ਇਹੀ ਗੱਲ ਕਹੀ ਗਈ ਹੈ ਕਿ ਅਸੀਂ ਜਾਣਬੁੱਝ ਕੇ ਕੁਝ ਨਹੀਂ ਕੀਤਾ, ਇਹ ਸਭ ਕੁਝ ਅਚਾਨਕ ਹੋਇਆ, ਇਹਦੇ ਵਿੱਚ ਸਾਜ਼ਿਸ਼ ਕੋਈ ਨਹੀਂ, ਇਹ ਸਾਰਾ ਕੁਝ ਸੁਤੇ ਸਿੱਧ ਹੋ ਗਿਆ। ਅਸੀਂ ਸੜਕਾਂ ਖਾਲੀ ਕਰਵਾਈਆਂ ਸੀ, ਅਚਾਨਕ ਪ੍ਰਦਰਸ਼ਨਕਾਰੀ ਆ ਗਏ ਆ, ਪਰ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੱਥੇ ਆਉਣਾ, ਸਾਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਸੀਗਾ, ਸਾਨੂੰ ਇਹੀ ਲੱਗਾ ਕਿ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਸਾਨੂੰ ਉਠਾਉਣ ਦੀ ਖਾਤਰ ਇਹ ਗੱਲਾਂ ਕਹੀਆਂ ਜਾ ਰਹੀਆਂ, ਸਾਨੂੰ ਪਤਾ ਹੁੰਦਾ ਤਾਂ ਫਿਰ ਅਸੀਂ ਪਾਸੇ ਵੀ ਹੋ ਜਾਂਦੇ। ਕੱਲ੍ਹ ਮੇਰੀ ਇੱਕ ਕਿਸਾਨ ਆਗੂ ਨਾਲ ਗੱਲ ਹੋਈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਸਾਨੂੰ ਇਹ ਪਤਾ ਹੁੰਦਾ ਕਿ ਸੱਚੀ ਮੁੱਚੀ ਭਾਰਤ ਦੇ ਪ੍ਰਧਾਨ ਮੰਤਰੀ ਕਿਲੋਮੀਟਰ ਪਿੱਛੇ ਖੜ੍ਹੇ ਆ, ਅਸੀਂ ਪਾਸੇ ਹੋ ਕੇ ਉਹਨਾਂ ਨੂੰ ਲੰਘ ਲੈਣ ਦੇਣਾ ਸੀ ਤੇ ਉਹ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਚਲੇ ਜਾਂਦੇ, ਸਾਨੂੰ ਇਹਦੇ ਉੱਤੇ ਇਤਰਾਜ਼ ਵੀ ਕੋਈ ਨਹੀਂ ਸੀ। ਭਾਰਤ ਦੇ ਵਿੱਚ ਕਰੋਨਾ ਦਾ ਕਹਿਰ ਸਿਖਰ ਦੇ ਉੱਤੇ ਲਗਾਤਾਰ ਵੱਧ ਰਿਹਾ ਤੇ ਇਸੇ ਦੇ ਮੱਦੇਨਜ਼ਰ ਨਵੀਆਂ ਕੁਝ ਗੱਲਾਂ ਸਾਹਮਣੇ ਆ ਰਹੀਆਂ। ਭਾਰਤ ਦੇ ਵਿੱਚ ਵਿਦੇਸ਼ ਦੇ ਵਿੱਚੋਂ ਕੋਈ ਵੀ ਉਤਰੂਗਾ, ਏਅਰਪੋਰਟ ਦੇ ਉੱਤੇ ਪਹੁੰਚੂਗਾ, ਉਹਨੂੰ 7 ਦਿਨ ਦੇ ਲਈ ਕੁਆਰੰਟੀਨ ਕਰਨ ਦੀ ਗੱਲ ਕਹੀ ਗਈ ਆ। ਉਹ 7 ਦਿਨ ਕੁਆਰੰਟੀਨ ਰਹੂਗਾ, ਆਈਸੋਲੇਸ਼ਨ ਦੇ ਵਿੱਚ ਰਹੂਗਾ, ਇਕਾਂਤਵਾਸ ਦੇ ਵਿੱਚ ਰਹੂਗਾ। ਦੂਜੀ ਮਹੱਤਵਪੂਰਨ ਗੱਲ ਹੋਰ ਆ ਕਿ ਕਰੋਨਾ ਮਹਾਮਾਰੀ ਲਗਾਤਾਰ ਵੱਧ ਰਹੀ ਹੈ। 1,37,000 ਦੇ ਕਰੀਬ ਪਿਛਲੇ 24 ਘੰਟੇ ਦੇ ਵਿੱਚ ਨਵੇਂ ਕਰੋਨਾ ਕੇਸ ਆਏ ਆ, ਪਰ ਇਸ ਦੇ ਬਾਵਜੂਦ ਰੈਲੀਆਂ ਜਾਰੀ ਹੈ। ਰੈਲੀਆਂ ਪੰਜਾਬ ਦੇ ਵਿੱਚ ਵੀ ਜਾਰੀ ਹੈ, ਰੈਲੀਆਂ ਇਸ ਵੇਲੇ ਯੂਪੀ ਦੇ ਵਿੱਚ ਵੀ ਜਾਰੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਅਗਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕਰਨੀ ਆ, ਉਹਦੇ ਵਿੱਚ ਵੀ ਆਪਾਂ ਜਾਣਦੇ ਕਿ 20-50 ਬੰਦੇ ਤਾਂ ਹੋਣੇ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਕੀਤੇ ਜਾਣਗੇ ਤੇ ਮਤਲਬ ਇਹ ਹੈ ਕਿ ਉੱਥੇ ਕਰੋਨਾ ਨਹੀਂ ਫੈਲੂਗਾ। ਸ਼ਾਇਦ ਮੈਨੂੰ ਇਹ ਲੱਗਦਾ ਪੰਜਾਬ ਦੇ ਵਿੱਚ ਵੀ ਨਹੀਂ ਫੈਲ ਰਿਹਾ। ਕਾਂਗਰਸ ਇੱਥੇ ਰੈਲੀਆਂ ਕਰ ਰਹੀ ਹੈ, ਆਮ ਆਦਮੀ ਪਾਰਟੀ ਵੀ ਕਰ ਰਹੀ ਹੈ। ਸੋ ਕਰੋਨਾ ਦੇ ਨਾਂ ਦੇ ਉੱਤੇ ਖੇਡਾਂ ਜਿਹੀਆਂ ਚੱਲ ਰਹੀਆਂ ਇਸ ਵੇਲੇ। ਚਾਹੀਦਾ ਇਹ ਆ ਕਿ ਚੋਣ ਕਮਿਸ਼ਨ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਇਹਨਾਂ ਸਾਰੀਆਂ ਪਾਰਟੀਆਂ ਦੀਆਂ ਰੈਲੀਆਂ ਦੇ ਉੱਤੇ ਰੋਕ ਲਾਵੇ, ਵਰਚੁਅਲ ਰੈਲੀਆਂ ਕੀਤੀਆਂ ਜਾਣ, ਇਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਜਿਸ ਤਰੀਕੇ ਦੇ ਨਾਲ ਕਰੋਨਾ ਮਹਾਮਾਰੀ ਵੱਧ ਰਹੀ ਹੈ, ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਫਿਰੋਜ਼ਪੁਰ ਦੇ ਵਿੱਚ ਕਈ ਕੁਝ ਦਿਸਿਆ ਕਿ ਪੰਜਾਬ ਦੇ ਵਿੱਚ ਚੋਣਾਂ ਵੇਲੇ ਸਿਰ ਹੋਣਗਾ, ਇਹ ਵੀ ਇੱਕ ਸਵਾਲ ਬਣਿਆ ਹੋਇਆ। ਕੁਝ ਕੁ ਰਾਜਨੀਤਿਕ ਮਸ ਰੱਖਣ ਵਾਲੇ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਲਗਭਗ 6 ਤੋਂ ਲੈ ਕੇ 8 ਪੜਾਵਾਂ ਦੇ ਵਿੱਚ ਵੋਟਾਂ ਯੂਪੀ ਦੇ ਵਿੱਚ ਪੈ ਸਕਦੀਆਂ। ਭਾਰਤ ਦਾ ਸਭ ਤੋਂ ਵੱਡਾ ਸੂਬਾ ਯੂਪੀ ਆ, ਸਭ ਤੋਂ ਵੱਧ ਸੀਟਾਂ ਜਿਹੜੀਆਂ ਯੂਪੀ ਦੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ। ਸੋ ਉਹਨਾਂ 6 ਤੋਂ 8 ਪੜਾਵਾਂ ਦੇ ਵਿੱਚੋਂ ਕਿਸੇ ਇੱਕ ਜਾਂ ਦੋ ਪੜਾਵਾਂ ਦੇ ਵਿੱਚ ਪੰਜਾਬ ਦੀਆਂ ਵੋਟਾਂ ਵੀ ਪੈ ਸਕਦੀਆਂ। ਇਹ ਜ਼ਰੂਰੀ ਨਹੀਂ ਕਿ ਪਹਿਲੇ ਪੜਾਅ ਦੇ ਵਿੱਚ ਹੀ ਪੰਜਾਬ ਦੀਆਂ ਵੋਟਾਂ ਪੈਣਗੀਆਂ। ਇਹ ਕੁਛ ਕਰਨ ਦੇ ਨਾਲ ਇੱਕ ਤਾਂ ਸ਼ਾਇਦ ਕਰੋਨਾ ਮਹਾਮਾਰੀ ਤੋਂ ਵੀ ਟਾਲਿਆ ਜਾ ਸਕੇ ਮਸਲਾ, ਤੇ ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਆਪਣੇ ਪੈਰ ਪੱਕੇ ਕਰਨ ਦੇ ਲਈ ਹੋਰ ਸਮਾਂ ਮਿਲ ਜੂਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਭਾਰਤ ਦੇ ਵਿੱਚ ਕਰੋਨਾ ਦੇ ਕੇਸ ਕਿਵੇਂ ਇੱਕਦਮ ਵਧੇ ਆ, ਕਿਹੜੀ ਥਾਂ ਦੇ ਉੱਤੇ ਕੀ ਹੋ ਰਿਹਾ, ਕਿਵੇਂ ਲੋਕਾਂ ਦੀ ਚਿੰਤਾ ਦੇ ਵਿੱਚ ਵਾਧਾ ਹੋਇਆ। ਕਿਉਂਕਿ ਜਿਹੜੇ ਪ੍ਰਵਾਸੀ ਮਜ਼ਦੂਰ ਭੈਣਾਂ ਵੀਰ ਆ, ਜਿਹੜੇ ਕਿ ਇੱਕ ਤੋਂ ਦੂਜੀ ਥਾਂ ਤੱਕ ਮਜਬੂਰੀ ਦੇ ਵਿੱਚ ਪਹਿਲੀ ਤੇ ਦੂਜੀ ਲਹਿਰ ਦੇ ਵਿੱਚ ਗਏ ਸੀ ਤੇ ਉਹਨਾਂ ਦੇ ਵਿੱਚੋਂ ਬੜੇ ਮੁੱਕ ਵੀ ਗਏ ਸੀ, ਜਹਾਨੋਂ ਕੂਚ ਕਰ ਗਏ ਸੀ, ਉਹਨਾਂ ਨੇ ਹੁਣ ਇਹ ਗੱਲ ਕਹਿਣੀ ਸ਼ੁਰੂ ਕੀਤੀ ਆ ਵੀ ਭਾਈ ਸਾਡੇ ਗੋਲੀ ਮਾਰ ਦਿਓ, ਸਾਨੂੰ ਫਾਂਸੀ ਦੇ ਦਿਓ, ਕੰਮ ਸਾਨੂੰ ਮਿਲਦਾ ਨਹੀਂ, ਤੁਸੀਂ ਕਹਿੰਦੇ ਆ ਕਿ ਭਾਈ ਜਿੱਥੇ ਹੈਗੇ ਇੱਥੇ ਰਹੋ, ਜਾਣ ਦੇ ਲਈ ਸਾਡੇ ਕੋਲੇ ਕਿਰਾਇਆ ਹੈ ਨਹੀਂ, ਗੱਡੀਆਂ ਦਾ ਪਤਾ ਕੋਈ ਨਹੀਂ, ਤੁਸੀਂ ਬੰਦ ਕਰ ਦਿਓਗੇ। ਇਹੋ ਜਿਹੀ ਜ਼ਿੰਦਗੀ ਜਿਉਂ ਕੇ ਵੀ ਕੀ ਕਰਨਾ। ਦਾਨੀ ਸੱਜਣਾਂ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਗਰੀਬ ਲੋਕਾਂ ਤੱਕ ਅੰਨ ਪਹੁੰਚਾਇਆ ਸਮੇਂ-ਸਮੇਂ 'ਤੇ, ਪਰ ਇੱਕ ਵਾਰ ਫਿਰ ਉਹਨਾਂ ਦੀ ਲੋੜ ਆ ਜਿਹੜੀ ਉਹ ਮਹਿਸੂਸ ਹੋ ਸਕਦੀ ਹੈ ਜੇਕਰ ਕਰੋਨਾ ਮਹਾਮਾਰੀ ਦੇ ਕਰਕੇ ਹੋਰ ਵੀ ਗੰਭੀਰ ਹਾਲਾਤ ਹੁੰਦੇ ਆ, ਜੇਕਰ ਲੋਕਡਾਊਨ ਵਰਗੀ ਸਥਿਤੀ ਬਣਦੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਭਾਰਤ ਦੇ ਵਿੱਚ ਲੰਘੇ ਕੱਲ੍ਹ 1,37,024 ਕੇਸ ਸਾਹਮਣੇ ਆਏ ਨੇ। ਇਸ ਤੋਂ ਪਹਿਲਾਂ ਵੀਰਵਾਰ ਨੂੰ 1,17,094 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਸ਼ੁੱਕਰਵਾਰ ਨੂੰ 344 ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਇਹਦੇ ਨਾਲ ਹੀ 39,580 ਲੋਕ ਠੀਕ ਵੀ ਹੋਏ ਨੇ। ਐਕਟਿਵ ਕੇਸਾਂ ਦਾ ਅੰਕੜਾ 4,62,613 ਹੋ ਗਿਆ। ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਧ ਮਾਮਲੇ ਸਭ ਤੋਂ ਵੱਧ ਦਰਜ ਕੀਤੇ ਗਏ ਨੇ। ਸੂਬੇ ਦੇ ਵਿੱਚ ਕਰੋਨਾ ਦੇ ਲੰਘੇ ਕੱਲ੍ਹ 40,925 ਨਵੇਂ ਮਰੀਜ਼ ਮਿਲੇ ਨੇ। 20 ਲੋਕਾਂ ਦੀ ਮੌਤ ਹੋਈ ਹੈ, ਜਦਕਿ 14,256 ਲੋਕ ਰਿਕਵਰ ਵੀ ਹੋਏ ਨੇ। ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 1,41,492 ਹੋ ਗਈ ਹੈ। ਓਮੀਕਰੋਨ ਦੇ ਵੀ ਮਾਮਲੇ ਵੱਧ ਕੇ 876 ਹੋ ਗਏ ਨੇ, ਇਹਦੇ ਵਿੱਚੋਂ 435 ਠੀਕ ਹੋਏ ਨੇ। ਦਿੱਲੀ ਦੇ ਵਿੱਚ ਲੰਘੇ ਕੱਲ੍ਹ 17,335 ਨਵੇਂ ਕੇਸ ਸਾਹਮਣੇ ਆਏ ਨੇ। 9 ਲੋਕਾਂ ਦੀ ਮੌਤ ਹੋਈ ਹੈ ਤੇ ਐਕਟਿਵ ਕੇਸ ਵੱਧ ਕੇ 39,873 ਹੋ ਗਏ ਨੇ। ਦਿੱਲੀ ਦੇ ਵਿੱਚ ਪਰਸੋਂ ਦੇ ਮੁਕਾਬਲੇ ਪੋਜ਼ੀਟਿਵਿਟੀ
ਰੇਟ ਵੱਧ ਕੇ 17.73% ਹੋ ਗਿਆ। ਸ਼ਹਿਰਾਂ ਦੀ ਗੱਲ ਕਰੀਏ ਤਾਂ ਮੁੰਬਈ ਦੇ ਵਿੱਚ ਹਾਲਾਤ ਵਿਗੜਦੇ ਜਾ ਰਹੇ ਨੇ। ਇੱਥੇ ਲਗਾਤਾਰ ਦੂਜੇ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਵੀ 20,000 ਤੋਂ ਵੱਧ ਪੀੜਤ ਮਰੀਜ਼ ਮਿਲੇ ਨੇ। 6 ਲੋਕਾਂ ਦੀ ਮੌਤ ਹੋਈ, 8490 ਲੋਕ ਠੀਕ ਹੋਏ ਨੇ। ਤੇ ਇਸ ਤਰੀਕੇ ਦੀਆਂ ਖਬਰਾਂ ਹੋਰ ਥਾਵਾਂ ਤੋਂ ਵੀ ਆਈਆਂ ਨੇ। ਰਾਜਸਥਾਨ ਦੇ ਵਿੱਚ ਤੀਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਇੱਥੇ 3300 ਨਵੇਂ ਕੇਸ ਆਏ ਨੇ। ਇਹਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 10,000 ਤੋਂ ਪਾਰ ਹੋ ਗਈ ਹੈ। ਭੋਪਾਲ ਦੇ ਵਿੱਚ ਹੁਣ ਤੱਕ 1002 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟ੍ਰੈਂਡ ਦੇ ਵਿੱਚ ਸਾਹਮਣੇ ਆਇਆ ਕਿ 96% ਲੋਕ ਪਹਿਲਾਂ ਹੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਸਨ। ਬਾਕੀ 4% ਨੂੰ ਕਰੋਨਾ ਤੋਂ ਇਲਾਵਾ ਕੋਈ ਦੂਜੀ ਬਿਮਾਰੀ ਨਹੀਂ ਸੀ। ਇਹ ਖੁਲਾਸਾ ਕਰੋਨਾ ਦੀਆਂ ਸ਼ੁਰੂਆਤੀ 2 ਲਹਿਰਾਂ ਦੇ ਕੋਵਿਡ ਮ੍ਰਿਤਕਾਂ ਦੇ ਡੈਥ ਆਡਿਟ ਰਿਪੋਰਟ ਦੇ ਵਿੱਚ ਹੋਇਆ। ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਕਿਹਾ ਕਿ ਸੀਐਮ ਉਧਵ ਠਾਕਰੇ ਮੁੰਬਈ ਦੇ ਵਿੱਚ ਲੋਕਡਾਊਨ ਲਗਾਉਣ ਦੇ ਪੱਖ ਦੇ ਵਿੱਚ ਨਹੀਂ, ਪਰ ਆਉਣ ਵਾਲੇ ਦਿਨਾਂ ਵਿੱਚ ਸਖਤੀ ਵਧਾਈ ਜਾਏਗੀ। ਮੁੰਬਈ ਦੇ ਵਿੱਚ ਵੀਰਵਾਰ ਨੂੰ 20,000 ਕੇਸ ਸਾਹਮਣੇ ਆਏ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਭਾਰਤ ਦਾ ਕੋਈ ਵੀ ਸੂਬਾ ਹੋਵੇ ਕਰੋਨਾ ਦੇ ਕਰਕੇ ਜਾਂ ਕਿਸੇ ਵੀ ਹੋਰ ਸਮੱਸਿਆ ਦੇ ਕਰਕੇ ਝੰਬਿਆ ਹੋਵੇ ਤਾਂ ਦੂਜੇ ਸੂਬਿਆਂ ਨੂੰ ਵੀ ਦੁੱਖ ਹੋਣਾ ਕੁਦਰਤੀ ਹੈ। ਅੱਜ ਜੇ ਮਹਾਰਾਸ਼ਟਰ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਬੇਹੱਦ ਵਾਧਾ ਹੋਇਆ ਤਾਂ ਪੰਜਾਬ ਦੇ ਲੋਕ ਵੀ ਖੁਸ਼ ਨਹੀਂ ਹੋਣਗੇ, ਕਿਉਂਕਿ ਸਾਡੇ ਵਾਲਿਆਂ ਨੇ ਉੱਧਰ ਜਾਣਾ, ਉੱਧਰਲਿਆਂ ਨੇ 100 ਕੰਮ ਧੰਦੇ ਦੇ ਲਈ ਇੱਧਰ ਆਉਣਾ। ਕਿਸੇ ਦੀ ਰਿਸ਼ਤੇਦਾਰੀ ਆ, ਕਿਸੇ ਦਾ ਕਾਰੋਬਾਰ ਆ, ਕਿਸੇ ਦਾ ਕੋਈ ਕੰਮ, ਕਿਸੇ ਦਾ ਕੋਈ ਕੰਮ, ਕੋਈ ਪੜ੍ਹਾਈ ਲਈ ਜਾਂਦਾ, ਕੋਈ ਹੋਰ ਕੰਮ ਦੇ ਲਈ ਜਾਂਦਾ। ਸੋ ਇਸ ਕਰਕੇ ਸਾਰੇ ਪਾਸੇ ਹੀ ਸੁੱਖ ਸ਼ਾਂਤੀ ਰਹਿਣੀ ਜ਼ਰੂਰੀ ਹੈ। ਪਰ ਦੁੱਖ ਇਸ ਗੱਲ ਦਾ ਕਿ ਸਾਡੀਆਂ ਸਰਕਾਰਾਂ ਫਿਰ ਨਲਾਇਕੀ ਵਰਤ ਰਹੀਆਂ। ਚੋਣਾਂ ਨਹੀਂ ਟਾਲੀਆਂ ਜਾ ਸਕਦੀਆਂ, ਸਕੂਲ ਬੰਦ ਕੀਤੇ ਜਾ ਸਕਦੇ ਆ, ਠੇਕੇ ਨਹੀਂ ਬੰਦ ਕੀਤੇ ਜਾ ਸਕਦੇ, ਜਿਮ ਬੰਦ ਕੀਤੇ ਜਾ ਸਕਦੇ ਆ। ਸੋ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਰੈਲੀਆਂ ਪਹਿਲਾਂ ਤੋਂ ਵੱਡੀਆਂ ਹੋਈ ਜਾਂਦੀਆਂ ਤੇ ਕਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਇਸ ਵੇਲੇ ਲੋਕਾਂ ਦੀ ਜ਼ਿੰਦਗੀ ਨਾਲੋਂ ਵੱਧ ਪਿਆਰਾ ਕੁਝ ਵੀ ਨਹੀਂ ਹੋਣਾ ਚਾਹੀਦਾ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਇਹ ਕੋਈ ਬਾਹਲੀ ਵੱਡੀ ਤੋਪ ਵਾਲੀ ਗੱਲ ਨਹੀਂ ਵੀ ਭਾਈ ਅੱਜ ਆ ਗਈ ਸਰਕਾਰ ਤੇ ਇਹਨੇ ਕਦੇ ਜਾਣਾ ਹੀ ਨਹੀਂ। ਇੱਥੇ ਕਈ ਰਾਜੇ ਰੰਕ ਤੁਰ ਗਏ ਆ, ਬਾਅਦ ਦੇ ਵਿੱਚ ਉਹਨਾਂ ਦੀ ਗਿਣਤੀ ਨਹੀਂ ਹੁੰਦੀ। ਤੁਹਾਨੂੰ, ਮੈਨੂੰ ਜਾਂ ਕਿਸੇ ਹੋਰ ਨੂੰ ਕਿੰਨੇ ਕੁ ਰਾਜਿਆਂ ਦੇ ਨਾਂ ਚੇਤੇ ਆ, ਪਰ ਕਿਸੇ ਵੇਲੇ ਉਹਨਾਂ ਦੀ ਇੱਥੇ ਸਰਦਾਰੀ ਹੋਊਗੀ, ਕਿਸੇ ਵੇਲੇ ਉਹਨਾਂ ਦੀ ਤੂਤੀ ਬੋਲਦੀ ਹੋਊਗੀ ਇਸ ਧਰਤੀ ਦੇ ਉੱਤੇ। ਜਿਹੜੇ ਅੱਜ ਵਾਲੇ ਆ ਇਹਨਾਂ ਦਾ ਵੀ ਕਿੰਨਾ ਕੁ ਸਮਾਂ, ਇਹ ਵੀ ਲੱਭਣੇ ਨਹੀਂ। ਪਰ ਇਸ ਵੇਲੇ ਆਮ ਲੋਕਾਂ ਦੀ ਜ਼ਿੰਦਗੀ ਦਾ ਖਿਆਲ ਜ਼ਰੂਰ ਕਰਨਾ ਚਾਹੀਦਾ, ਜਿਹੜਾ ਕਿ ਨਹੀਂ ਕੀਤਾ ਜਾ ਰਿਹਾ। ਕਾਸ਼ ਇਹ ਕੀਤਾ ਜਾਵੇ। ਤੇ ਲੋਕਾਂ ਨੂੰ ਵੀ ਬੇਨਤੀ ਆ ਕਿ ਭਾਈ ਜਿਨ੍ਹਾਂ ਨੇ ਟੀਕਾ ਟੱਲਾ ਨਹੀਂ ਲਵਾਇਆ ਉਹ ਜ਼ਰੂਰ ਲਵਾ ਲਓ। ਇਸ ਵਕਤ ਆਪਣੀ ਤੇ ਆਪਣੇ ਦੀ ਜ਼ਿੰਦਗੀ ਦਾ ਬਚਾਅ ਕਰੋ। ਭੀੜ ਦੇ ਵਿੱਚ ਜਾਣ ਤੋਂ ਗੁਰੇਜ਼ ਕਰੋ। ਮਾਸਕ ਪਹਿਨ ਕੇ ਰੱਖੋ। ਸਾਡੀ ਇੱਕ ਸਮੱਸਿਆ ਕਿ ਅਸੀਂ ਕਰੋਨਾ ਹੈ ਜਾਂ ਨਹੀਂ ਇਹਦੇ ਵਿੱਚ ਹੀ ਉਲਝੇ ਰਹਿੰਦੇ ਆ। ਪਰ ਜਿਹੜੇ ਲੋਕ ਹੁਣ ਤੱਕ ਪੀੜਤ ਹੋਏ ਆ ਉਹ ਦੱਸਦੇ ਆ ਕਿ ਸਾਡੇ ਪਿੰਡੇ ਦੇ ਉੱਤੇ ਤੇ ਸਾਡੀ ਜੇਬ ਦੇ ਉੱਤੇ ਤੇ ਸਾਡੇ ਟੱਬਰ ਦੇ ਉੱਤੇ ਕੀ ਬੀਤਿਆ। ਸਭ ਕੁਝ ਠੀਕ ਰਵੇ, ਚੜ੍ਹਦੀ ਕਲਾ ਦੇ ਵਿੱਚ ਰਵੇ ਹਰ ਕੋਈ। ਸੋਨੂ ਸੂਦ ਜਿਹੜਾ ਕਿ ਫਿਲਮੀ ਅਦਾਕਾਰ ਹੈ ਤੇ ਜਿਨ੍ਹਾਂ ਦੀ ਭੈਣ ਜੀ ਦੇ ਵੱਲੋਂ ਇਸ ਵਕਤ ਮੋਗੇ ਦੇ ਵਿੱਚੋਂ ਚੋਣ ਲੜੇ ਜਾਣ ਦੀ ਪੂਰੀ ਤਿਆਰੀ ਹੈ। ਸੋਨੂ ਸੂਦ ਨੂੰ ਪਤਾ ਲੱਗਾ ਜੀ ਕਿ ਸਟੇਟ ਚੋਣ ਕਮਿਸ਼ਨ ਦੇ ਵੱਲੋਂ ਸਟੇਟ ਆਈਕਨ ਦੇ ਰੁਤਬੇ ਤੋਂ ਹਟਾ ਦਿੱਤਾ ਗਿਆ। ਰਾਜਨੀਤੀ ਦੇ ਕਾਰਨ ਹਟਾਇਆ ਗਿਆ। ਇਹ ਨਹੀਂ ਪਤਾ ਹਾਲੇ ਤੱਕ ਕਿ ਸੋਨੂ ਸੂਦ ਦੀ ਭੈਣ ਦੇ ਵੱਲੋਂ ਕਿਹੜੀ ਪਾਰਟੀ ਵੱਲੋਂ ਚੋਣ ਲੜੀ ਜਾਣੀ ਹੈ। ਕੀ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨਗੇ, ਕੀ ਉਹ ਕਾਂਗਰਸ ਵੱਲੋਂ ਚੋਣ ਲੜਨਗੇ ਜਾਂ ਕਿਸੇ ਹੋਰ ਪਾਰਟੀ ਦੇ ਵੱਲੋਂ ਲੜਨ ਦੀ ਤਿਆਰੀ ਹੈ। ਸੋਨੂ ਸੂਦ ਕੁਝ ਦਿਨ ਪੰਜਾਬ ਦੇ ਵਿੱਚ ਲਾ ਕੇ ਹੁਣੇ ਫਿਰ ਮੁੰਬਈ ਦੇ ਵਿੱਚ ਗਏ ਆ। ਉਹਨਾਂ ਦੇ ਵੱਲੋਂ ਆਪਣੀ ਭੈਣ ਦੇ ਨਾਲ ਵੱਖ-ਵੱਖ ਪੰਜਾਬ ਦੇ ਖਾਸ ਕਰਕੇ ਮੋਗੇ ਦੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ, ਜਿੱਥੋਂ ਕਿ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੀ ਚੋਣ ਲੜੀ ਜਾਣੀ ਹੈ। ਕੀ ਸੋਨੂ ਸੂਦ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਭੈਣ ਨੂੰ ਚੋਣ ਲੜਾਉਣਗੇ, ਕੀ ਆਮ ਆਦਮੀ ਪਾਰਟੀ ਵੱਲੋਂ? ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਚਾਹੁੰਦੀਆਂ ਕਿ ਸੋਨੂ ਸੂਦ ਦੇ ਟੱਬਰ ਨੂੰ ਜੇਕਰ ਇੱਕ ਟਿਕਟ ਦੇ ਕੇ ਤੇ ਸੋਨੂ ਸੂਦ ਦੇ ਕੱਦ ਨੂੰ, ਜੇਕਰ ਉਹਦੇ ਰੁਤਬੇ ਨੂੰ ਸਾਰੇ ਪੰਜਾਬ ਦੇ ਵਿੱਚ ਵਰਤਿਆ ਜਾ ਸਕਦਾ ਹੈ ਤਾਂ ਇਹ ਕੋਈ ਮਹਿੰਗਾ ਸੌਦਾ ਨਹੀਂ ਹੈ। ਸੋ ਸਮਾਂ ਬਿਆਨ ਕਰੂਗਾ ਕਿ ਕਿਹੜੇ ਪਾਸੇ ਨੂੰ ਉਹ ਜਾਂਦੇ ਨੇ ਚੋਣ ਲੜਨ ਦੇ ਲਈ। ਅੰਦਰ ਖਾਤੇ ਸ਼ਾਇਦ ਗੱਲ ਤੈਅ ਵੀ ਹੋਵੇ, ਆਮ ਲੋਕਾਂ ਤੱਕ ਨਹੀਂ ਵੀ ਪਹੁੰਚੀ, ਪਰ ਪ੍ਰਚਾਰ ਜ਼ੋਰਾਂ ਤੇ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਬਾਲੀਵੁੱਡ ਅਦਾਕਾਰ ਸੋਨੂ ਸੂਦ ਹੁਣ ਚੋਣ ਕਮਿਸ਼ਨ ਦੇ ਵੋਟਿੰਗ ਆਈਕਨ ਨਹੀਂ ਹੋਣਗੇ। ਚੋਣ ਕਮਿਸ਼ਨ ਨੇ ਉਹਨਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਸੋਨੂ ਸੂਦ ਨੂੰ ਵੋਟਿੰਗ ਫੀਸ ਦੀ ਵਧਾਉਣ ਦੇ ਲਈ ਪੰਜਾਬ ਦਾ ਸਟੇਟ ਆਈਕਨ ਨਿਯੁਕਤ ਕੀਤਾ ਗਿਆ ਸੀ। ਪੰਜਾਬ ਦੇ ਵਿੱਚ ਮੁੱਖ ਚੋਣ ਅਫਸਰ ਡਾਕਟਰ ਐਸ ਕਰੁਣਾ ਰਾਜੂ ਨੇ ਕਿਹਾ ਕਿ 4 ਜਨਵਰੀ ਤੋਂ ਬਾਅਦ ਉਹ ਇਸ ਨਿਯੁਕਤੀ ਦੇ ਉੱਤੇ ਨਹੀਂ ਹਨ। ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਇਸ ਵਾਰ ਚੋਣ ਲੜ ਰਹੀ ਹੈ। ਇਸ ਦਾ ਐਲਾਨ ਸੋਨੂ ਸੂਦ ਨੇ ਹੀ ਮੋਗਾ ਦੇ ਵਿੱਚ ਕੀਤਾ ਸੀ। ਮਾਲਵਿਕਾ ਮੋਗਾ ਤੋਂ ਚੋਣ ਲੜੇਗੀ। ਹਾਲਾਂਕਿ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਹਾਲੇ ਤੱਕ ਨਹੀਂ ਜੁੜੇ, ਪਰ ਰਾਜਨੀਤੀ ਦੇ ਵਿੱਚ ਆਉਣ ਦੇ ਐਲਾਨ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਕਦਮ ਚੁੱਕਿਆ। ਬਾਲੀਵੁੱਡ ਸਟਾਰ ਸੋਨੂ ਸੂਦ ਰਾਜਨੀਤੀ ਦੇ ਵਿੱਚ ਆਉਣ ਨੂੰ ਲੈ ਕੇ ਲਗਾਤਾਰ ਦਿਲਚਸਪੀ ਦਿਖਾਉਂਦੇ ਰਹੇ ਨੇ। ਪਹਿਲਾਂ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਨੂੰ ਮਿਲੇ, ਫਿਰ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚੰਨੀ ਨੂੰ ਮਿਲੇ, ਫਿਰ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਮਿਲੇ। ਇਸ ਤੋਂ ਪਹਿਲਾਂ ਉਹ ਸੀਐਮ ਰਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲ ਚੁੱਕੇ ਨੇ। ਇਸ ਵਜ੍ਹਾ ਕਰਕੇ ਚੋਣ ਕਮਿਸ਼ਨ ਨੂੰ ਸੋਨੂ ਸੂਦ ਤੋਂ ਪੱਲਾ ਝਾੜਨਾ ਪਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਜਲਦ ਹੀ ਕਿਸੇ ਵੀ ਪਾਰਟੀ ਨੂੰ ਮਾਲਵਿਕਾ ਸੂਦ ਜੁਆਇਨ ਕਰ ਸਕਦੀ ਹੈ, ਪਰ ਇਹਦੇ ਬਾਬਤ ਹਾਲੇ ਤੱਕ
ਮੁਕੰਮਲ ਜਾਣਕਾਰੀ ਨਹੀਂ ਮਿਲੀ ਕਿ ਉਹ ਕਿਹੜੀ ਪਾਰਟੀ ਵੱਲ ਜਾਣਗੇ। ਇਸ ਖਬਰ ਦੇ ਵੱਲ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕੀ ਨੇ ਚੋਣ ਲੜਦੀਆਂ ਤੇ ਕਿੱਥੋਂ ਲੜਦੀਆਂ ਤੇ ਕਿਹੜੀ ਪਾਰਟੀ ਦੇ ਵੱਲੋਂ ਲੜਦੀਆਂ, ਇਹ ਉਹਦਾ ਨਿੱਜੀ ਅਧਿਕਾਰ ਹੈ। ਪਰ ਇਹ ਗੱਲ ਸੱਚੀ ਹੈ ਕਿ ਸੋਨੂ ਸੂਦ ਨੇ ਬਹੁਤ ਸਾਰਾ ਕੰਮ ਕੀਤਾ। ਉਹਨਾਂ ਦੀ ਭੈਣ ਦੀ ਪਛਾਣ ਆਪਣੇ ਭਰਾ ਦੇ ਕਰਕੇ, ਸੋਨੂ ਸੂਦ ਦੇ ਕਰਕੇ ਨਿੱਜੀ ਤੌਰ ਦੇ ਉੱਤੇ ਪਛਾਣ ਹੈ ਨਹੀਂ ਗੀ, ਇਹਦੇ ਬਾਬਤ ਆਪਾਂ ਜਾਣਦੇ ਹਾਂ। ਹਾਂ, ਹੁਣ ਹਲਕੇ ਦੇ ਵਿੱਚ ਪ੍ਰਚਾਰ ਦੇ ਕਰਕੇ ਕੀਤੇ ਜਾ ਰਹੇ ਕੰਮਾਂ ਦੇ ਕਰਕੇ ਪਛਾਣ ਗੂੜੀ ਹੋ ਸਕਦੀ ਹੈ ਜਾਂ ਹੋ ਚੁੱਕੀ ਹੈ, ਇਹਦੇ ਬਾਰੇ ਤਾਂ ਹਲਕੇ ਦੇ ਲੋਕ ਜਾਣਦੇ ਵੱਧ। ਪਰ ਸੋਨੂ ਸੂਦ ਨੇ ਰਾਜਨੀਤੀ ਦੇ ਵਿੱਚ ਦਿਲਚਸਪੀ ਕਈ ਵਾਰ ਦਿਖਾਈ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਆਪ ਰਾਜਨੀਤੀ ਦੇ ਵਿੱਚ ਨਹੀਂ ਆਉਣਾ, ਤੇ ਇਹ ਉਹਨਾਂ ਦਾ ਮੇਰੇ ਖਿਆਲ ਦੇ ਮੁਤਾਬਕ ਵੇਲੇ ਸਿਰ ਚੁੱਕਿਆ ਗਿਆ ਢੁਕਵਾਂ ਕਦਮ ਹੈ। ਮੰਨ ਲਓ ਕਿ ਉਹ ਅੱਜ ਕਿਸੇ ਵੀ ਪਾਰਟੀ ਦੇ ਵੱਲ ਆਉਂਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਫੈਨ ਫੋਲੋਇੰਗ ਗਈ। ਦੂਜੀ ਗੱਲ ਇਹ ਹੈ ਕਿ ਜਿਹੜੀ ਵਿਰੋਧੀ ਪਾਰਟੀ ਆ ਉਹਨੇ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਟੁੱਚਰ ਵੀ ਡਾਉਣੀ ਆ। ਇਸ ਕਰਕੇ ਸੋਨੂ ਸੂਦ ਨੂੰ ਹੁਣ ਤੱਕ ਨਿੱਕਾ ਜਿਹਾ ਝਟਕਾ ਜਿਹੜਾ ਕਿ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ, ਵੱਡੇ ਝਟਕੇ ਤੋਂ ਬਚਣ ਦੇ ਲਈ ਉਹ ਆਪ ਨਹੀਂ ਮੈਦਾਨ ਦੇ ਵਿੱਚ ਆ ਰਹੇ, ਆਪਦੇ ਟੱਬਰ ਦੇ ਜੀਆਂ ਦੇ ਲਈ ਪ੍ਰਚਾਰ ਕਰਦੇ ਹੋਏ ਜ਼ਰੂਰ ਨਜ਼ਰ ਆਉਣਗੇ। ਬਾਕੀ ਸਮਾਂ ਬਿਆਨ ਕਰੂ। ਰਾਜਨੀਤੀ ਦੇ ਵਿੱਚ ਬਹੁਤ ਕੁਝ ਸੰਭਵ ਆ ਜਿਹੜਾ ਕਿ ਲੋਕਾਂ ਦੀ ਨਿਗਾਹ ਨਹੀਂ ਚੜ੍ਹਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।